ਤੁਸੀਂ ਪਹਿਲਾਂ ਸਟੂਡੈਂਟ ਵੀਜ਼ੇ ਬਾਰੇ ਥੋੜ੍ਹਾ ਜਿਹਾ ਸਾਨੂੰ ਦੱਸੋ ਕਿ ਸਟੂਡੈਂਟ ਵੀਜ਼ਾ ਅਤੇ ਕਿਹੜੇ ਢੰਗ ਦੇ ਨਾਲ ਸਟੂਡੈਂਟ ਇੱਥੇ ਆ ਸਕਦੇ ਹਨ ਅਤੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਓਕੇ, ਸਟੂਡੈਂਟ ਵੀਜ਼ਾ ਇੰਡੀਆ ਤੋਂ ਨੋਰਮਲੀ there are two kind of study visa. One is SDS, student direct stream, and one is non-SDS. Non-SDS ਤੁਹਾਡੇ ਅਗਰ 6 ਈਚ ਨਹੀਂ ਵੀ ਆ ਜਾਂ ਓਵਰਆਲ 6 ਬੈਂਡ ਨਹੀਂ ਵੀ ਹੈ ਤਾਂ ਵੀ ਤੁਸੀਂ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਫॉर ਐਨੀ ਪਬਲਿਕ ਔਰ ਪ੍ਰਾਈਵੇਟ ਕਾਲਜ। SDS ਹੁੰਦਾ ਸਟੂਡੈਂਟ ਡਾਇਰੈਕਟ ਸਟਰੀਮ, ਕੁਝ ਕੰਟਰੀਆਂ ਨੂੰ ਉਹਨਾਂ ਨੇ ਦਿੱਤਾ ਹੋਇਆ ਜਿੱਥੋਂ ਤੁਸੀਂ ਸਟੱਡੀ ਵੀਜ਼ਾ ਫਾਈਲ ਕਰ ਸਕਦੇ ਹੋ, ਬਸ਼ਰਤੇ ਤੁਹਾਨੂੰ DLI ਕਾਲਜ ਹੋਣਾ ਚਾਹੀਦਾ, ਚਾਹੇ ਪ੍ਰਾਈਵੇਟ ਚਾਹੇ ਪਬਲਿਕ। ਔਰ ਤੁਹਾਨੂੰ ਪਹਿਲੇ ਸੀਗਾ ਵੀ ਤੁਹਾਨੂੰ 6 ਈਚ ਚਾਹੀਦਾ, ਹੁਣ 10 ਅਗਸਤ ਤੋਂ ਅਪਡੇਟ ਆਈ ਹੈ ਤੁਹਾਨੂੰ ਓਵਰਆਲ 6 ਚਾਹੀਦਾ, 5.5 ਨਾਲ ਵੀ ਤੁਹਾਡਾ ਐਡਮਿਸ਼ਨ ਹੋ ਸਕਦਾ। ਉਹਦੇ ਅੰਦਰ ਤੁਸੀਂ ਐਡਮਿਸ਼ਨ ਲੈ ਕੇ ਇੱਥੇ ਆਉਂਦੇ ਹੋ, ਆਉਣ ਤੋਂ ਬਾਅਦ ਚਾਹੇ ਕਾਲਜ ਹੈ ਚਾਹੇ ਯੂਨੀਵਰਸਿਟੀ ਹੈ, ਤੁਸੀਂ ਐਡਮਿਸ਼ਨ ਲੈ ਲਿਆ, ਆਪਣੀ ਫੀਸ ਭਰਤੀ, ਉਹਦੇ ਅੰਦਰ GIC ਹੁੰਦੀ ਹੈ, ਤੁਸੀਂ $10,000 ਦੀ GIC ਸਬਮਿਟ ਕਰਦੇ ਹੋ, ਕਾਲਜ ਦੀ ਫੀਸ ਭਰਦੇ ਹੋ, ਉਸ ਤੋਂ ਬਾਅਦ ਤੁਸੀਂ ਆਪਣੀ ਸਟੱਡੀ ਵੀਜ਼ਾ ਦੀ ਐਪਲੀਕੇਸ਼ਨ ਕਰਦੇ ਹੋ। ਉਹਦੇ ਅੰਦਰ ਧਿਆਨ ਹੈ ਰੱਖਣਾ ਵੀ ਜਿਹੜਾ ਕੋਰਸ ਤੁਸੀਂ ਚੂਜ਼ ਕਰੋ ਉਹ ਕੀਮਤੀ ਆ, ਠੀਕ ਹੈ। ਮੈਂ ਬਾਰ-ਬਾਰ ਹਰ ਵੀਡੀਓ ਦੇ ਅੰਦਰ ਇਹ ਕਹਿਣਾ ਜਾਂ ਹਰ ਇੰਟਰਵਿਊ ਦੇ ਅੰਦਰ ਇਹ ਕਹਿਣਾ ਵੀ ਪੇਰੈਂਟਸ ਨੂੰ ਬਹੁਤ ਹੀ ਸਤਰਕ ਹੋਣਾ ਚਾਹੀਦਾ ਅਤੇ ਬੱਚੇ ਅਵੇਅਰ ਹੋਣ ਵੀ ਵਾਈ ਦੇ ਆਰ ਗੋਇੰਗ। ਜਾਂ ਤਾਂ ਸਾਰੇ ਰਹੇ ਆ ਇੰਡੀਆ ਤੋਂ ਬਾਹਰ, ਰਾਈਟ, ਕੈਨੇਡਾ ਸਾਰੇ ਮੈਜੋਰਟੀ ਆਉਣਾ ਚਾਹੁੰਦੇ ਆ, ਬਟ ਸਾਡਾ ਪਰਪਸ ਕੀ ਹੈ ਕੈਨੇਡਾ ਆਉਣ ਦਾ, ਅਸੀਂ ਕਿਹੜੀ ਪੜ੍ਹਾਈ ਕਰਨ ਚੱਲੇ ਹਾਂ, ਠੀਕ ਹੈ। ਅਗਰ ਕੋਈ ਬੱਚਾ ਕਹਿੰਦਾ ਵੀ ਮੈਨੂੰ ਅਕਾਊਂਟਿੰਗ ਦੇ ਅੰਦਰ ਇੰਟਰਸਟ ਹੈ ਔਰ ਮੈਨੂੰ ਅੱਗੇ ਜਾ ਕੇ ਇੰਡੀਆ 'ਚ CA ਕਹਿੰਦੇ ਇੱਥੇ CPA ਬਣਨਾ, ਅਤੇ ਫਿਰ ਉਹ ਅਕਾਊਂਟਿੰਗ ਦਾ ਹੀ ਕੋਰਸ ਲਵੇ। ਉਹ ਇਹ ਨਹੀਂ ਵੀ ਉਹ IT ਦਾ ਕੋਰਸ ਲੈ ਲਿਆ ਜਾਂ ਜਨਰਲ ਬਿਜ਼ਨਸ ਦਾ ਕੋਰਸ ਲੈ ਲਿਆ, ਆਲਮੋਸਟ ਫੀਸ ਸੇਮ ਹੁੰਦੀ ਆ। ਜਿਹੜੀ ਪ੍ਰੋਫੈਸ਼ਨ 'ਚ ਆਪਾਂ ਅੱਗੇ ਜਾ ਕੇ ਕੰਮ ਕਰਨਾ ਹੈ, ਜਿਹੜੇ ਪ੍ਰੋਫੈਸ਼ਨ ਨੂੰ ਕਰੀਅਰ ਬਣਾਉਣਾ, ਉਸ ਪ੍ਰੋਫੈਸ਼ਨ ਦਾ ਕੋਰਸ ਚੂਜ਼ ਕਰੋ। ਬਹੁਤ ਚੰਗੇ ਕੋਰਸ ਵੀ ਆ, ਮਤਲਬ ਇੱਦਾਂ ਦੀ ਪ੍ਰੋਫੈਸ਼ਨ ਹੈਗੇ ਆ ਜਿਹਦੇ ਅੰਦਰ ਮਾਸਟਰਸ ਅਵੇਲੇਬਲ ਹੈ, ਸਾਨੂੰ ਪਤਾ ਹੀ ਨਹੀਂ। ਮਾਸਟਰਸ ਕਰੋ, PhD ਕਰੋ, ਬੈਚਲਰਸ ਕਰੋ, ਸਰਟੀਫਿਕੇਸ਼ਨ ਕੋਰਸਿਸ ਹੈ ਉਹ ਕਰੋ। ਵੀ ਇਟਸ ਨੋਟ ਕਿ ਵੀ ਸਿਰਫ ਆਪਸ਼ਨ ਤੁਹਾਡੇ ਕੋਲ ਵਿਜ਼ਟਰ ਵੀਜ਼ਾ ਜਾਂ LMI ਆ, ਤੁਸੀਂ ਤੁਹਾਡੀ ਏਜ 40 ਵੀ ਹੋ ਗਈ ਹੈ ਦੈਨ ਆਲਸੋ ਯੂ ਕੈਨ ਕਮ। ਤੁਸੀਂ ਪ੍ਰੋਫੈਸ਼ਨਲੀ ਕੰਮ ਕਰ ਰਹੇ ਹੋ 15 ਸਾਲਾਂ ਤੋਂ, ਤੁਸੀਂ ਸਟੱਡੀ ਵੀਜ਼ਾ ਲੈ ਲਓ ਫॉर ਐਨੀ ਪ੍ਰੋਫੈਸ਼ਨਲ ਕੋਰਸ। ਇੰਜੀਨੀਅਰ ਹੈ, ਕੰਪਿਊਟਰ ਇੰਜੀਨੀਅਰ ਹੈ, ਉਹ ਪ੍ਰੋਫੈਸ਼ਨਲ ਕੋਰਸ ਲੈ ਕੇ ਆ ਸਕਦੇ ਆ, ਆਰਕੀਟੈਕਟਸ ਹੈ ਉਹ ਆ ਸਕਦੇ ਆ। ਸੋ ਚੂਜ਼ਿੰਗ ਅ ਕੋਰਸ ਇਜ਼ ਵੈਰੀ ਇੰਪੋਰਟੈਂਟ, ਕਿਹੜਾ ਕੋਰਸ ਆਪਾਂ ਚੂਜ਼ ਕਰ ਰਹੇ ਹਾਂ, ਰਾਈਟ। ਜਿੱਦਾਂ ਫॉर ਐਗਜ਼ਾਮਪਲ ਇਹਦੇ ਅੰਦਰ ਆਪਾਂ ਬੈਚਲਰ ਕੀਤੀ ਹੋਈ ਹੈ ਬੈਕ ਹੋਮ ਔਰ ਕੰਸਲਟੈਂਟ ਨੇ ਸਾਨੂੰ ਕਹਤਾ ਯਾਰ 1 ਸਾਲ ਦੀ ਪੜ੍ਹਾਈ ਕਰ ਲਓ ਅਤੇ 1 ਸਾਲ ਦਾ ਵਰਕ ਪਰਮਿਟ ਮਿਲ ਜਾਣਾ, ਜਾਂ 2 ਸਾਲ ਦੀ ਪੜ੍ਹਾਈ ਕਰਕੇ 3 ਸਾਲ ਦਾ ਵਰਕ ਪਰਮਿਟ ਮਿਲਦਾ। ਦੈਨ ਵੈਨ ਵੀ ਕੰਸਲਟ ਪੀਪਲ, ਦੈਨ ਵੀ ਆਸਕ ਦੈਮ ਦੈਟ ਅਗਰ ਤੁਸੀਂ ਮਾਸਟਰ ਕਰਨਾ ਚਾਹੁੰਦੇ ਹੋ, ਅਗਰ ਤੁਸੀਂ ਮਾਸਟਰ ਕਰ ਲਓਗੇ, ਪੜ੍ਹਾਈ ਟਫ ਹੈ ਮਾਸਟਰਸ ਦੀ, ਅਤੇ ਤੁਹਾਨੂੰ ਸਿੱਧਾ PR ਦੇ ਰਾਹ ਖੁੱਲ ਜਾਂਦੇ ਆ ਬ੍ਰਿਟਿਸ਼ ਕੋਲੰਬੀਆ, ਓਨਟਾਰੀਓ। ਲੇਕਿਨ ਅਗਰ ਉਹ ਬੱਚੇ ਨੂੰ ਇੰਡੀਆ ਹੀ ਕੋਈ ਦੱਸ ਦੇ ਵੀ ਉਹਨੂੰ ਉੱਥੇ ਤਾਂ ਹੋੜ ਲੱਗੀ ਹੁੰਦੀ ਹੈ ਵੀ ਹੁਣੇ ਹੀ ਚਲੇ ਜਾਓ, ਨੈਕਸਟ ਬੈਚ ਮਿਲ ਜਾਏ ਐਡਮਿਸ਼ਨ, ਵੀ ਤੁਸੀਂ ਵੇਟ ਕਰ ਲਓ, 6 ਮਹੀਨੇ ਵੇਟ ਕਰ ਲਓ, ਜਦੋਂ ਵੀ ਤੁਹਾਨੂੰ ਐਡਮਿਸ਼ਨ ਮਿਲਦਾ ਮਾਸਟਰਸ ਕੰਪਲੀਟ ਕਰਦੇ, ਇੱਕ ਤਾਂ ਤੁਹਾਡੀ ਪ੍ਰੋਫੈਸ਼ਨਲੀ ਗਰੋਥ ਆ, ਤੁਹਾਨੂੰ ਜੋਬ ਚੰਗੀ ਮਿਲਦੀ ਹੈ, ਪਲੱਸ ਤੁਸੀਂ ਰਾਈਟ ਅਵੇ PR ਪਾ ਦਿੰਦੇ ਹੋ ਵਿਦਆਊਟ ਐਨੀ ਜੋਬ ਆਫਰ। ਓਨਟਾਰੀਓ 'ਚ ਵੀ ਹੈਗਾ ਪ੍ਰੋਗਰਾਮ, ਬ੍ਰਿਟਿਸ਼ ਕੋਲੰਬੀਆ ਵੀ ਆ। ਸੋ ਇੱਦਾਂ ਦੀ ਚੀਜ਼ਾਂ ਜਦੋਂ ਅਸੀਂ ਗਾਈਡ ਕਰਦੇ ਹਾਂ ਵੈਨ ਦੇ ਸਮਾਰਟ ਸਟੂਡੈਂਟਸ ਜਾਂ ਅਵੇਅਰ ਸਟੂਡੈਂਟਸ, ਉਹਨਾਂ ਦੀ ਫਿਰ ਹੈਲਪ ਹੁੰਦੀ ਹੈ ਗਾਂ ਲਈ। ਦੈਟਸ ਗੁੱਡ। ਜਸਵੀਤ, ਨਾਲ ਦੀ ਨਾਲ ਹੀ ਕਈ ਲੋਕਾਂ ਦਾ ਇਹ ਕੰਸਰਨ ਵੀ ਹੁੰਦਾ ਕਿ ਜਦੋਂ ਸਟੂਡੈਂਟ ਵੀਜ਼ੇ 'ਤੇ ਆਉਂਦੇ ਆ ਕਿ ਉਹ ਆਪਣੀ ਜਿਵੇਂ ਸਪਾਊਸ ਹੈ, ਜਿਵੇਂ ਕਈ ਮੈਰਿਡ ਲੋਕ ਵੀ ਆਉਂਦੇ ਆ, ਅਤੇ ਉਹ ਕੀ ਆਪਣੇ ਸਪਾਊਸ ਨੂੰ ਨਾਲ ਦੀ ਨਾਲ ਲੈ ਕੇ ਆ ਸਕਦੇ ਆ? ਜੇ ਨਹੀਂ ਲੈ ਕੇ ਆ ਸਕਦੇ ਤਾਂ ਕੀ ਪ੍ਰੋਸੈਸ ਆ? ਜਿਹੜਾ ਬੱਚਾ ਇੱਥੇ ਚਾਹੇ ਸਟੱਡੀ 'ਤੇ ਚਾਹੇ ਵਰਕ ਪਰਮਿਟ 'ਤੇ, ਉਹ ਬੁਲਾ ਸਕਦਾ, ਪਹਿਲੇ ਨਹੀਂ ਹੁੰਦਾ, ਹੁਣ ਬੁਲਾ ਸਕਦਾ। ਉਹਨੂੰ ਕਹਿੰਦੇ ਓਪਨ ਸਪਾਊਸਲ ਵਰਕ ਪਰਮਿਟ। ਸਟੱਡੀ 'ਤੇ ਹੈ ਤਾਂ ਵੀ ਓਪਨ ਸਪਾਊਸਲ ਵਰਕ ਪਰਮਿਟ ਆਪਣੇ ਸਪਾਊਸ ਨੂੰ ਸੱਦ ਸਕਦੇ ਹੋ, ਅਤੇ ਵਰਕ ਪਰਮਿਟ 'ਤੇ ਤਾਂ ਵੀ ਸੱਦ ਸਕਦੇ ਹੋ। ਤੁਸੀਂ ਪੜ੍ਹਾਈ ਕਰ ਰਹੇ ਹੋ, ਪੜ੍ਹਦੇ ਜਦੋਂ 2-3 ਮਹੀਨੇ ਹੋ ਗਏ, ਤੁਸੀਂ ਫਾਈਲ ਲਾ ਸਕਦੇ ਹੋ, ਰਾਈਟ ਅਵੇ ਵੀ ਲਾ ਸਕਦੇ ਹੋ, ਲੇਕਿਨ ਅਸੀਂ ਐਡਵਾਈਸ ਕਰਦੇ ਹਾਂ 2-4 ਮਹੀਨੇ ਰੁਕ ਜਾਓ ਫਿਰ ਲਾ ਦੇਣਾ, ਠੀਕ ਹੈ। ਵਰਕ ਪਰਮਿਟ 'ਤੇ ਤਾਂ ਵੀ ਲਾ ਦਿਓ, ਯੂ ਹੈਵ ਟੂ ਪ੍ਰੂਵ ਜੈਨੂਇਨ ਰਿਲੇਸ਼ਨਸ਼ਿਪ ਹੈ, ਠੀਕ ਹੈ। ਤਾਂ ਉਹ ਚੀਜ਼ਾਂ ਦਾ ਧਿਆਨ ਰੱਖ ਕੇ ਕਰੋ ਅਤੇ ਹੋ ਜਾਂਦਾ ਹੈ। ਇਟਸ ਕੰਪਲੀਕੇਟਿਡ ਬਟ ਇਟਸ ਨਾਟ ਡਿਫੀਕਲਟ। ਜਿੱਦਾਂ ਸਪਾਊਸਲ ਸਪਾਂਸਰਸ਼ਿਪ ਦੇ ਅੰਦਰ ਵੀ ਸਾਨੂੰ ਪ੍ਰੂਵ ਕਰਨਾ ਪੈਂਦਾ ਹੈ ਰਿਲੇਸ਼ਨਸ਼ਿਪ ਵਿਦ ਯੋਰ ਸਪਾਊਸ, ਸਿਮਿਲਰ ਵੇ ਇੱਥੇ ਵੀ ਪ੍ਰੂਵ ਕਰਨਾ ਪੈਂਦਾ ਹੈ, ਉਹਦੇ ਡਾਕੂਮੈਂਟੇਸ਼ਨਸ ਲੱਗਦੇ ਆ। ਇਟਸ ਨਾਟ ਸਿਰਫ ਫਾਰਮ ਭਰਿਆ ਵਿਜ਼ਟਰ ਵੀਜ਼ਾ ਦੇ ਕਰਤਾ ਕੰਮ, ਲੇਕਿਨ ਇਹਦੇ ਅੰਦਰ ਐਵੀਡੈਂਸ ਲੱਗਦੇ ਆ ਵੀ ਯੂ ਹੈਵ ਅ ਜੈਨੂਇਨ ਰਿਲੇਸ਼ਨਸ਼ਿਪ, ਯੂ ਆਰ ਅ ਜੈਨੂਇਨ ਕਪਲ, ਔਰ ਨਾਓ ਯੂ ਵਾਂਟ ਟੂ ਇਨਵਾਈਟ ਦੈਮ ਔਨ ਓਪਨ ਸਪਾਊਸਲ ਵਰਕ ਪਰਮਿਟ, ਔਰ ਬੱਚੇ ਬੁਲਾਉਣਾ ਸੱਦਣਾ ਚਾਹੁੰਦੇ ਹੋ ਅਗਰ ਬੱਚੇ ਹੈ ਤੇ ਆਊਟ ਆਫ ਮਤਲਬ ਕਿ ਕੁਛ ਆਊਟ ਆਫ ਕਿਉਰਿਓਸਿਟੀ ਹੈ ਕੁਐਸਚਨ ਕਿ ਲਿਵ ਇਨ ਰਿਲੇਸ਼ਨਸ਼ਿਪ ਦੇ ਕੋਈ ਸਪੋਜ਼ ਕਰੋ ਕੋਈ ਇੰਡੀਆ ਦੇ ਵਿੱਚ ਜਾਂ ਕਿਸੇ ਹੋਰ ਕੰਟਰੀ ਵਿੱਚ ਰਹਿ ਰਿਹਾ ਅਤੇ ਉਹ ਸਟੂਡੈਂਟ ਇੱਥੇ ਆ ਜਾਂਦਾ, ਕੀ ਉਹ ਆਪਣੇ ਲਿਵ ਇਨ ਪਾਰਟਨਰ ਨੂੰ ਵੀ ਬੁਲਾ ਸਕਦਾ? ਉਹਨੂੰ ਬੁਲਾ ਸਕਦਾ। ਓਕੇ, ਉਹਨੂੰ ਬੁਲਾ ਸਕਦਾ। ਦੈਟਸ ਗੁੱਡ। ਅਤੇ ਇਸ ਤੋਂ ਇਲਾਵਾ ਕਈ ਲੋਕ ਇਹ ਵੀ ਪੁੱਛਦੇ ਆ ਕਿ ਜਦੋਂ, ਜਿਵੇਂ ਤੁਸੀਂ ਬੜੀ ਵਧੀਆ ਗੱਲ ਕੀਤੀ ਸੀ ਕਿ ਜਦੋਂ ਬੱਚੇ ਇੱਥੇ ਆਉਂਦੇ ਆ ਤਾਂ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹ ਕਿਹੜੇ ਉਸ ਪ੍ਰੋਫੈਸ਼ਨ ਨੂੰ ਚੂਜ਼ ਕਰਨ ਜਿਹਦੇ ਨਾਲ ਉਹਨਾਂ ਦਾ ਅੱਗੇ ਫਿਊਚਰ ਦੇ ਵਿੱਚ ਉਹਨਾਂ ਨੂੰ ਹੈਲਪ ਕਰੇ, ਤਾਂ ਕਿ ਉਹ ਸਕਿਲਡ ਕੈਟੇਗਰੀ ਦੇ ਵਿੱਚ ਜਾਣ, ਰਾਈਟ। ਸੋ ਜਦੋਂ ਤੁਸੀਂ ਇਹੋ ਜਿਹੇ ਪ੍ਰੋਗਰਾਮਸ ਮਤਲਬ ਕਿ ਜਿਹੜੇ ਵੀ ਤੁਹਾਡੇ ਇੱਥੇ ਕਲਾਇੰਟਸ ਹੈ ਜਾਂ ਕੋਈ ਤੁਹਾਨੂੰ ਆਊਟਸਾਈਡ ਆਫ ਕੈਨੇਡਾ ਵੀ ਕੋਈ ਕਾਲ ਜਾਂ ਈਮੇਲਸ ਆਉਂਦੀਆਂ ਤੁਹਾਨੂੰ ਪੁੱਛਣ ਲਈ ਕਿ ਅਸੀਂ
ਕਿਸ ਟਾਈਪ ਦਾ ਕੋਰਸ ਲਈਏ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਅੱਗੇ ਇੱਥੇ ਬੈਨੀਫਿਟ ਹੋਵੇ? ਆਉਂਦੀ ਹੈ, ਬਟ ਦੇਰ ਇਜ਼ ਅ ਡਿਫਰੈਂਸ। ਇੰਡੀਆ ਦੇ ਅੰਦਰ ਇਹ ਹੁੰਦਾ ਕਿ ਵੀ ਕੰਸਲਟੈਂਟਸ ਉੱਤੇ ਜਿਹੜੇ ਬੱਚਿਆਂ ਨੂੰ ਭੇਜਦੇ ਆ ਬਾਹਰ, ਤੇ ਮੈਜੋਰਟੀ ਆਫ them they don't charge the service fee, ਠੀਕ ਹੈ। ਉਹ ਸਿਰਫ ਕਾਲਜ ਤੋਂ ਜੋ ਵੀ ਉਹਨਾਂ ਨੂੰ ਕਮਿਸ਼ਨ ਮਿਲਣੀ ਹੈ ਉਹ ਮਿਲਦੀ ਆ, ਐਂਡ they don't charge majority of them because of competition ਕਰਨਾ, everybody wants to do the same business, but we are different, we charge service fee, ਠੀਕ ਹੈ, ਕਿਉਂਕਿ ਸਾਡਾ ਟਾਈਮ ਦੀ ਵੈਲਿਊ ਆ, ਅਸੀਂ ਸਰਵਿਸ ਫੀ ਚਾਰਜ ਕਰਦੇ ਹਾਂ, ਬਟ ਅਸੀਂ ਸਲਾਹ ਜ਼ਰੂਰ ਗੁੱਡ ਦਿੰਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਗਾਈਡ ਕਰਦੇ ਹਾਂ ਵੀ PR ਕਿੱਦਾਂ ਲੈਣੀ ਹੈ। ਦੇ ਆਰ ਵੈਰੀ ਲੈਸ ਪੀਪਲ, ਸਟੂਡੈਂਟਸ ਜਿਹੜੇ ਆ ਕੇ ਪੜ੍ਹ ਕੇ ਵਾਪਸ ਜਾਣਾ ਚਾਹੁੰਦੇ, ਉਹਨਾਂ ਦੀ ਇੰਟੈਂਸ਼ਨ ਕਲੀਅਰ ਹੈ, ਬਟ ਮੈਜੋਰਿਟੀ ਦੀ ਇੰਟੈਂਸ਼ਨ ਕਲੀਅਰ ਨਹੀਂ ਹੈ। ਉਹਨਾਂ ਕਲੀਅਰ ਹੈਗੀ ਵੀ ਮੈਂ ਇੱਥੇ ਹੀ ਰਹਿਣਾ, ਕੈਨੇਡਾ ਅਸੀਂ ਵਾਪਸ ਜਾਣਾ ਹੀ ਨਹੀਂ, ਅਸੀਂ ਤਾਂ ਪੱਕੇ ਹੋਣ ਆ ਰਹੇ ਹਾਂ। ਜਦੋਂ ਤੁਹਾਡੀ ਇੰਟੈਂਸ਼ਨ ਕਲੀਅਰ ਹੈ ਵੀ ਅਸੀਂ ਕੈਨੇਡਾ ਪੱਕੇ ਹੋਣ ਆ ਰਹੇ ਹਾਂ, ਤਾਂ ਫਿਰ ਪਲੈਨਿੰਗ ਕਰ ਲਓ ਵੀ PR ਲੈਣੀ ਹੈ, ਉਸ ਤੋਂ ਬਾਅਦ ਕਰੀਅਰ ਕੀ ਬਣਾਉਣਾ, ਕਰਨਾ ਕੀ ਆ, ਵੀ ਇੱਥੇ ਆ ਕੇ ਪਾਰਟ ਟਾਈਮ ਜੌਬਸ ਥੋੜ੍ਹੀ ਕਰਨੀ ਹੈ, ਜਾਂ ਫਿਰ ਲੋ ਵੇਜ ਜੌਬਸ ਥੋੜ੍ਹੀ ਕਰਨੀ ਹੈ। ਇੱਥੇ ਆ ਕੇ ਤਾਂ ਆਪਣਾ ਕਰੀਅਰ ਬਣਾਉਣਾ, ਉਹਦੀ ਤਿਆਰੀ ਇੰਡੀਆ ਤੋਂ ਹੀ ਹੁੰਦੀ ਆ। ਜਦੋਂ ਫੋਰ ਐਗਜ਼ਾਮਪਲ ਹੁਣ ਉੱਥੇ ਤੁਹਾਨੂੰ ਭੇਜਤਾ ਕੈਨੇਡਾ, ਠੀਕ ਹੈ, ਤੁਸੀਂ ਜਿਹੜੀ ਜੌਬ ਕਰਦੇ ਸੀ, ਫੋਰ ਐਗਜ਼ਾਮਪਲ ਕਿਸੇ ਨੇ ਸਾਲ 2 ਸਾਲ ਜੌਬ ਕੀਤੀ ਹੋਈ ਹੈ, ਉਹਦੀ ਸਟੱਡੀ ਵੀਜ਼ਾ ਦੇ ਅੰਦਰ ਉਹਦੀ ਜੌਬ ਹਾਈਡ ਕਰਤੀ, ਠੀਕ ਹੈ, ਇੱਦਾਂ ਕਰਤਾ ਵੀ ਤੁਹਾਨੂੰ ਦਿਖਾਤਾ ਵੀ ਆਲਸੀ ਤਿਆਰੀ ਕਰ ਰਿਹਾ ਸੀ ਬੱਚਾ, ਰਾਈਟ। ਉਹ ਚੀਜ਼ਾਂ ਨਹੀਂ ਕਰਨ। ਤੁਹਾਨੂੰ ਇੰਡੀਆ ਜਦੋਂ ਬੱਚਾ ਪੜ੍ਹਦਾ, ਉਹਦੀ 1 ਸਾਲ ਦੀ ਜਿਹੜੀ ਜੌਬ ਹੁੰਦੀ ਹੈ ਉਹਦੇ ਪੁਆਇੰਟਸ ਉਹਨੂੰ ਮਿਲਦੇ ਆ, 2 ਸਾਲ ਦੀ ਜੌਬ ਕੀਤੀ ਹੋਈ ਹੈ ਉਹਦਾ ਐਕਸਪੀਰੀਅੰਸ ਦੇ ਉਹਨੂੰ ਪੁਆਇੰਟਸ ਮਿਲਦੇ ਆ ਟੂਵਰਡਸ PR। ਹੁਣ ਕੋਈ ਬੱਚੇ ਨੇ 11 ਮਹੀਨੇ ਦੀ ਜੌਬ ਕੀਤੀ ਹੋਈ ਹੈ, ਉਹਨੂੰ ਪਤਾ ਹੀ ਨਹੀਂ ਕਿ ਮੈਂ 12 ਮਹੀਨੇ ਦੀ ਕਰ ਲੂੰਗਾ ਤਾਂ ਮੇਰੇ ਪੂਰੇ ਪੁਆਇੰਟਸ ਮਿਲਣੇ ਆ। 11 ਵਾਲੇ ਦੇ ਪੁਆਇੰਟ ਨਹੀਂ ਹੈਗੇ, ਲੇਕਿਨ ਪੂਰੇ 12 ਮਹੀਨੇ 1 ਸਾਲ ਜੌਬ ਕਰ ਲਓ ਤੇ ਪੂਰੇ ਪੁਆਇੰਟ ਮਿਲਦੇ ਆ। ਉਹਨਾਂ ਨੂੰ ਇਹ ਗਾਈਡੈਂਸ ਅਸੀਂ ਦਿੰਦੇ ਆ, ਕਿਉਂਕਿ ਉਹਨਾਂ ਦੀ ਕੀਪਿੰਗ ਦੇ PR ਇਨ ਮਾਈਂਡ, ਤੁਸੀਂ ਇਹ ਕਰ ਲਓ, ਸਾਲ ਬਾਅਦ ਆ ਜਿਓ, ਆਪਣੀ ਪੜ੍ਹਾਈ ਪੂਰੀ ਕਰ ਲਓ। ਬੱਚਾ ਉੱਥੇ ਗ੍ਰੈਜੂਏਸ਼ਨ ਦੇ 2nd ਈਅਰ 'ਚ ਬੈਠਾ, 3rd ਈਅਰ ਦੀ ਪੜ੍ਹਾਈ ਹਾਲੇ ਸ਼ੁਰੂ ਹੋਣੀ ਹੈ, ਉਹ ਕਹਿੰਦਾ ਜੀ ਮੈਂ ਬਾਹਰ ਜਾਣਾ, ਵੀ 3rd ਈਅਰ ਪੂਰਾ ਕਰਕੇ ਸਾਲ ਬਾਅਦ ਆ ਜਾਓ, ਤੁਹਾਨੂੰ ਗ੍ਰੈਜੂਏਸ਼ਨ ਦੇ ਪੁਆਇੰਟ ਮਿਲਣੇ ਆ। ਅਦਰਵਾਈਜ਼ 2 ਸਾਲ ਦੀ ਪੜ੍ਹਾਈ ਤੁਹਾਡੀ ਵੇਸਟ ਆ, ਇੱਥੇ ਕੋਈ ਪੁਆਇੰਟ ਨਹੀਂ, ਡਿਗਰੀ ਨਹੀਂ ਕੀਤੀ ਹੋਈ, ਤੁਸੀਂ 12ਵੀਂ ਪਾਸ ਹੀ ਮੰਨੇ ਜਾਓਗੇ ਇੱਥੇ। ਉਹ ਚੀਜ਼ਾਂ ਫਿਰ ਅਸੀਂ ਗਾਈਡ ਕਰਦੇ ਹਾਂ। ਸੋ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਪ੍ਰੈਫਰੈਂਸ ਇਹ ਹੋਣੀ ਚਾਹੀਦੀ ਹੈ ਉੱਥੇ ਦੇ ਬੱਚਿਆਂ ਦੀ, ਪੇਰੈਂਟਸ ਦੀ, ਕਿ ਉਹ ਆਪਣੇ ਬੱਚਿਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਇੱਥੇ ਭੇਜਣ। ਯੈਸ, ਅਗਰ 12th ਤੋਂ ਬਾਅਦ ਆ ਰਹੇ ਆ, ਦੈਨ ਅਵੇਅਰ ਹੋ ਕੇ ਆਓ, ਕੁਛ ਨਾ ਕੁਛ ਸਕਿੱਲ ਡਿਵੈਲਪ ਕਰਕੇ ਆਓ। ਜਿੱਦਾਂ ਕਿਸੇ ਨੂੰ ਕਾਰਪੈਂਟਰੀ ਦਾ ਸ਼ੌਂਕ ਹੈ, ਜਾਂ ਕੋਈ ਪੇਂਟਿੰਗ ਦਾ ਸ਼ੌਂਕ ਹੈ, ਜਾਂ ਉਹਨੂੰ ਮੋਬਾਈਲ ਰਿਪੇਅਰ ਦਾ ਕੰਮ ਆਉਂਦਾ ਹੈ, ਕੋਈ ਨਾ ਕੋਈ ਇੱਦਾਂ ਦਾ ਕੰਮ ਸਿੱਖਿਆ, ਸੇਲਸ ਦਾ ਐਕਸਪੀਰੀਅੰਸ ਹੈ, ਜਾਂ ਉਹਨੂੰ ਕੋਈ ਵੀ, ਠੀਕ ਹੈ, ਉਹਨੂੰ ਐਕਸਪੀਰੀਅੰਸ ਕਰਕੇ ਗੇਨ ਕਰਕੇ, ਅਗਰ 12ਵੀਂ ਤੋਂ ਬਾਅਦ ਆਉਣਾ, ਸਾਲ 2 ਸਾਲ ਦਾ ਐਕਸਪੀਰੀਅੰਸ ਗੇਨ ਕਰਕੇ ਆ ਜਾਓ, ਜਾਂ ਗ੍ਰੈਜੂਏਸ਼ਨ ਤੋਂ ਬਾਅਦ ਥੋੜ੍ਹੀ ਜਿਹੀ ਮੈਚਿਓਰਿਟੀ ਹੁੰਦੀ ਹੈ, ਥੋੜ੍ਹਾ ਜਿਹਾ ਕੋਈ ਪੜ੍ਹਾਈ ਕੀਤੀ ਹੋਈ ਹੈ, ਔਰ 1 ਸਾਲ ਦਾ ਐਕਸਪੀਰੀਅੰਸ ਗੇਨ ਕਰਕੇ ਆ ਜਾਓ। ਉਹ ਐਕਸਪੀਰੀਅੰਸ ਨੇ ਤੁਹਾਨੂੰ ਇੱਥੇ ਜੌਬ ਦਿਲਾਉਣ 'ਚ ਬਹੁਤ ਹੈਲਪ ਕਰਨੀ ਹੈ। ਕਿਹਾ ਜਾਂਦਾ ਵੀ ਕੈਨੇਡਾ ਦੇ ਅੰਦਰ ਕੈਨੇਡੀਅਨ ਐਕਸਪੀਰੀਅੰਸ ਚਾਹੀਦਾ ਫॉर ਗੈਟਿੰਗ ਜੌਬਸ, ਲੇਕਿਨ ਜਦੋਂ ਤੁਹਾਡੇ ਕੋਲ ਬੈਕ ਹੋਮ ਐਕਸਪੀਰੀਅੰਸ ਹੁੰਦਾ ਹੈ, ਉਹ ਵੀ ਕਾਊਂਟ ਕਰਦਾ ਟੂਵਰਡਸ ਵੈਨ ਯੂ ਆਰ ਗੋਇੰਗ ਟੂ ਫਾਈਂਡ ਅ ਜੌਬ। ਔਰ ਅਗਲਾ ਕਹਿੰਦਾ ਯਾਰ ਇੱਕ ਬੰਦਾ ਆਇਆ ਵਿਦਾਊਟ ਜੌਬ ਐਕਸਪੀਰੀਅੰਸ, ਇੱਕ ਬੰਦਾ ਆਇਆ 2 ਸਾਲ ਦਾ ਇੰਡੀਆ ਦਾ ਐਕਸਪੀਰੀਅੰਸ, ਉਹ ਤੁਹਾਨੂੰ ਕੰਸੀਡਰ ਕਰੂਗਾ। ਪਲੱਸ ਥੋੜ੍ਹਾ ਜਿਹੀ ਦੁਨੀਆਦਾਰੀ ਦਾ ਪਤਾ ਲੱਗ ਜਾਂਦਾ। ਗੁੱਡ ਐਡਵਾਈਸ, ਪਲੀਜ਼ ਕੀਪ ਇਟ ਇਨ ਮਾਈਂਡ ਬਾਈ। ਜਦੋਂ ਵੀ ਤੁਸੀਂ ਇੱਥੇ ਆਓ ਤਾਂ ਕੋਸ਼ਿਸ਼ ਕਰੋ ਕਿ ਗ੍ਰੈਜੂਏਸ਼ਨ ਕਰਕੇ ਆਓ, ਕਿਉਂਕਿ ਇੱਕ ਤਾਂ ਉਸ ਟਾਈਮ ਤੱਕ ਜਿਹੜਾ ਬੱਚਾ ਮੈਚਿਓਰ ਹੋ ਜਾਂਦਾ, ਇੱਥੋਂ ਦੀਆਂ ਜਿਹੜੀਆਂ ਵੀ ਕਈ ਵਾਰ ਇੱਥੇ ਪ੍ਰੋਬਲਮਸ ਆਉਂਦੀਆਂ, ਕਈ ਮੈਂਟਲ ਇਸ਼ੂਜ਼ ਵੀ ਆ ਰਹੇ ਬੱਚਿਆਂ ਨੂੰ ਇੱਥੇ, ਕਿਉਂਕਿ ਜਿਹੜੇ ਛੋਟੇ ਬੱਚੇ ਆਉਂਦੇ ਆ, ਐਕਸਪੈਕਟੇਸ਼ਨ ਡਿਫਰੈਂਟ ਹੁੰਦੀਆਂ, ਕਈ ਵਾਰ ਉਹ ਐਕਸਪੈਕਟੇਸ਼ਨ ਜਦੋਂ ਮੀਟ ਨਹੀਂ ਹੁੰਦੀਆਂ ਤਾਂ ਪ੍ਰੋਬਲਮਸ ਆ ਜਾਂਦੀਆਂ। ਸੋ ਕੋਸ਼ਿਸ਼ ਕਰੋ ਕਿ ਜੇ ਗ੍ਰੈਜੂਏਸ਼ਨ ਕਰਕੇ ਆ ਸਕੋ ਤਾਂ ਉਹ ਸਭ ਤੋਂ ਬੈਟਰ।